ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनेक विधि समझावो। हम ज्ञान अल्प मत थोड़ी तुम आपन बिरद रखावो। तुमरी शरण तुम्हारी आसा तुम ही सजन सुहेले। राखो राखण हार दयाला नानक करके गोले जी। राखो राखण हार दयाला नानक करके गोले। वाहिगुरु जी का खालसा वाहिगुरु जी की फतेह। सब तो पहला ਸਾਰੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਮਹਾਰਾਜ ਬਖਸ਼ਿਸ਼ ਕਰਨ। ਜਿਵੇਂ ਸਤਿਗੁਰੂ ਰਸਨਾ ਤੇ ਬੈਠ ਕੇ ਜਿਉਂ ਬੁਲਾਵੇਂ ਤਿਉਂ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। साध संग नानक जस गायो जो प्रभ की अत प्यारी। ऐसे दीन दयाल धन धन साहिब श्री गुरु ग्रंथ साहिब महाराज जी ओट आसरा लैके आप ही बाबा जी ने कृपा करनी है। अगम अगोचर सच साहिब मेरा नानक बोलै बुलाया तेरा। आओ साध संगत अज बाबा दीप सिंह दे जीवन दियां ਉਹ ਬੇਸ਼ੁਮਾਰ ਕੀਮਤੀ ਜੀਵਨ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਘਾੜਤ ਘੜੀ ਗਈ ਉਹ ਜੀਵਨ, ਉਸ ਦੇ ਵਿੱਚ ਝਾਤ ਮਾਰਨ ਦਾ ਨਿਮਾਣਾ ਜਿਹਾ ਇੱਕ ਉਪਰਾਲਾ ਸਤਿਗੁਰੂ ਨੇ ਕਰਵਾਉਣਾ ਹੈ। ਆਪ ਸਾਰੀ ਸੰਗਤ ਇਕਾਗਰਤਾ ਵਿੱਚ ਬੈਠ ਕੇ ਜੇ ਕਿੱਥੇ ਮਨ ਭੱਜ ਰਿਹਾ ਹੈ ਮਨ ਨੂੰ ਆਵਾਜ਼ ਮਾਰੀਏ। ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਆ ਜਾਓ ਉਸ ਪਰਮਾਤਮਾ ਦੇ ਘਰ ਵਿੱਚ ਆ ਕੇ ਮਨ ਦੀ ਗੈਰ ਹਾਜ਼ਰੀ ਨਾ ਹੋਵੇ। ਜਿੱਥੇ ਸਰੀਰ ਕਰਕੇ ਅਸੀਂ ਹਾਜ਼ਰੀ ਭਰ ਲਈ ਹੈ, ਅਸੀਂ ਹੁਣ ਮਨ ਦੀ ਵੀ ਇਕਾਗਰਤਾ ਦੇ ਵਿੱਚ ਬੈਠ ਕੇ ਸਤਿਗੁਰੂ ਦਾ ਇਹ ਜਸ ਗਾਇਨ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਅਸੀਂ ਕਰਦੇ ਰਹੀਏ। ਸੋ ਸਾਧ ਸੰਗਤ, ਸਭ ਤੋਂ ਪਹਿਲਾਂ ਤੇ ਦੁਨੀਆ ਦੇ ਵਿੱਚ ਰਿਸ਼ਤੇ ਵਿੱਚ ਸੰਪਰਕ ਜਦੋਂ ਘਟ ਜਾਂਦੇ ਨੇ, ਧਿਆਨ ਦੇਣਾ, ਦੁਨੀਆ ਦੇ ਵਿੱਚ ਜਦੋਂ ਰਿਸ਼ਤਿਆਂ ਵਿੱਚ ਸੰਪਰਕ ਘਟ ਜਾਂਦਾ ਹੈ ਉਦੋਂ ਮੈਂ ਕਹਾਂ ਕਿ ਸੰਬੰਧ ਟੁੱਟ ਜਾਂਦੇ ਨੇ। ਤੁਸੀਂ ਜਿਹਦੇ ਨਾਲ ਸੰਪਰਕ ਰੱਖਦੇ ਹੋ ਔਰ ਲਗਾਤਾਰ ਰੱਖਦੇ ਰਹਿੰਦੇ ਹੋ, ਉਹਦੇ ਨਾਲ ਸੰਬੰਧ ਬਣੇ ਰਹਿੰਦੇ ਨੇ, ਮੇਲ ਮਿਲਾਪ ਵੱਧਦਾ ਹੈ ਔਰ ਉਸ ਦੇ ਨਾਲ ਪਿਆਰ ਵੀ ਰਹਿੰਦਾ ਹੈ। ਜਦੋਂ ਸੰਪਰਕ ਟੁੱਟ ਜਾਂਦਾ ਹੈ ਕਿਸੇ ਰਿਸ਼ਤੇਦਾਰ ਨਾਲ, ਭੈਣ ਭਰਾ ਦੇ ਨਾਲ, ਸਗੇ ਸੰਬੰਧੀ ਨਾਲ, ਮਿੱਤਰ ਨਾਲ, ਜਦੋਂ ਸੰਪਰਕ ਨਹੀਂ ਰਹਿੰਦਾ, ਕੰਟੈਕਟ ਆਪਸ ਵਿੱਚ ਨਹੀਂ ਹੋ ਪਾਉਂਦੇ, ਉਸ ਵੇਲੇ ਸਾਧ ਸੰਗਤ ਸੰਬੰਧ ਵਿੱਚ ਥੋੜ੍ਹੀ ਜਿਹੀ ਖਰਵਾਟ ਆ ਜਾਂਦੀ ਹੈ। ਕਈ ਵਾਰੀ ਈਗੋ ਹੋ ਜਾਂਦੀ ਹੈ ਕਿ ਉਹ ਗੱਲ ਕਰੇਗਾ ਜਾਂ ਮੈਂ ਕਰਾਂਗਾ, ਔਰ ਸਮਾਂ ਬੀਤਦਾ ਜਾਂਦਾ ਹੈ
ਜਿਸ ਕਰਕੇ ਸੰਪਰਕ ਟੁੱਟਿਆ ਤੇ ਸੰਬੰਧ ਵੀ ਟੁੱਟ ਗਏ। ਇਹ ਜਿਹੜੀ ਅਸੀਂ ਸਤ ਸੰਗਤ ਕਰ ਰਹੇ ਹਾਂ, ਇਹ ਆਪ ਜੀ ਨੂੰ ਗਿਆਤ ਹੋਣਾ ਹੈ, ਅਸੀਂ ਪਾਤਸ਼ਾਹ ਦੇ ਨਾਲ ਸੰਪਰਕ ਬਣਾ ਰਹੇ ਹਾਂ। ਕਿਉਂਕਿ ਸੰਪਰਕ ਪਾਤਸ਼ਾਹ ਦੇ ਨਾਲ ਬਣੇਗਾ ਤੇ ਸੰਬੰਧ ਤਾਂ ਬਣਨਗੇ। ਮੈਂ ਪਹਿਲਾਂ ਕਿਹਾ, ਦੁਨੀਆ ਤੋਂ ਸੰਪਰਕ ਟੁੱਟਣ ਨਾਲ ਦੁਨੀਆ ਦੀਆਂ ਉਹ ਰਿਸ਼ਤੇਦਾਰੀਆਂ, ਉਹ ਸੰਬੰਧ ਟੁੱਟ ਜਾਂਦੇ ਨੇ, ਮੇਲ ਮਿਲਾਪ ਟੁੱਟ ਜਾਂਦੇ ਨੇ। ਔਰ ਅੱਜ ਵੀ ਕਈ ਨਾਸਤਿਕ ਸਰੀਰ ਪਰਮਾਤਮਾ ਤੋਂ ਸੰਪਰਕ ਤੋਂ ਪਾਸੇ ਨੇ। ਇਹ ਸਤ ਸੰਗਤ ਕਰਨ ਦਾ ਇਹੀ ਲਾਭ ਹੈ ਕਿ ਅਸੀਂ ਪਰਮਾਤਮਾ ਦੇ ਨਾਲ ਸੰਪਰਕ ਬਣਾ ਰਹੇ ਹਾਂ, ਨੇੜਤਾ ਹੋ ਜਾਂਦੀ ਹੈ, ਸੰਬੰਧ ਵੱਧ ਜਾਂਦੇ ਨੇ। ਗੁਰੂ ਵੀ ਚੇਤੇ ਰੱਖਦਾ ਹੈ ਕਿ ਰੋਜ਼ ਸਵੇਰੇ ਉੱਠ ਕੇ, ਹੋਰ ਕੋਈ ਉੱਠੇ ਨਾ ਉੱਠੇ, ਇਹ ਸਰੀਰ ਉੱਠ ਕੇ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਦਾ ਹੈ, ਇਹ ਮੇਰੇ ਨਾਲ ਸੰਪਰਕ ਬਣਾ ਰਿਹਾ। ਕਿਸੇ ਵੀਰ ਭੈਣ ਨੂੰ ਰੋਜ਼ ਤੁਸੀਂ ਗੱਲ ਕਰੋ ਤੇ ਸੰਬੰਧ ਮਜ਼ਬੂਤ ਹੁੰਦੇ ਨਾ, ਉਹ ਵੀ ਕਹਿੰਦਾ ਵੀ ਇਹ ਰੋਜ਼ ਹੀ ਗੱਲ ਕਰਦਾ ਹੈ ਸਮਾਂ ਕੱਢ ਕੇ, ਤੇ ਉਹਦੇ ਦਿਲ ਵਿੱਚ ਪਿਆਰ ਆ ਜਾਂਦਾ ਹੈ। ਸਤਿਗੁਰ ਕਹਿੰਦੇ ਨੇ ਕਿਸੇ ਤਰ੍ਹਾਂ ਤੂੰ ਇਸ ਤਰ੍ਹਾਂ ਸੰਪਰਕ ਪਰਮਾਤਮਾ ਦੇ ਨਾਲ ਬਣਾ, ਤੇਰਾ ਸੰਬੰਧ ਵੱਧ ਜਾਏਗਾ। ਕਿਸੇ ਰੂਪ ਵਿੱਚ ਹੀ ਬਣਾ ਲੈ, ਭਾਵੇਂ ਭਰਾ ਸਮਝ ਕੇ ਬਣਾ ਲੈ, ਭੈਣ ਸਮਝ ਕੇ ਬਣਾ ਲੈ, ਪਿਤਾ ਸਮਝ ਕੇ ਬਣਾ ਲੈ, ਮਾਤਾ ਸਮਝ ਕੇ ਬਣਾ ਲੈ, ਮਿੱਤਰ ਸਮਝ ਕੇ ਬਣਾ ਲੈ। ਪਰਮਾਤਮਾ ਤੇ ਇੱਕ ਐਸਾ ਰਿਸ਼ਤਾ ਹੈ, ਐਸਾ ਸੰਪਰਕ ਹੈ। ਮੈਂ ਅਕਸਰ ਬੇਨਤੀ ਕਰਨਾ ਕਿ ਅਸੀਂ ਹਰ ਗੱਲ ਆਪਣੇ ਭਰਾ ਨੂੰ ਨਹੀਂ ਕਰ ਸਕਦੇ, ਹਰ ਗੱਲ ਆਪਣੀ ਘਰਵਾਲੀ ਨੂੰ ਨਹੀਂ ਕਰ ਸਕਦੇ, ਘਰਵਾਲੀ ਹਰ ਗੱਲ ਆਪਣੇ ਪਤੀ ਨੂੰ ਨਹੀਂ ਕਰ ਸਕਦੀ। ਪਰ ਇੱਕ ਪਤੀ ਪਰਮੇਸ਼ਰ ਐਸਾ ਹੈ ਜਿਸ ਨਾਲ ਅਸੀਂ ਸਾਰੀਆਂ ਗੱਲਾਂ ਕਰ ਸਕਦੇ ਹਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭੋਕੇਹਾ ਕਾੜਾ ਜੀਓ। ਤੂੰ ਹੀ ਪਿਤਾ ਹੈ, ਤੂੰ ਹੀ ਮਾਤਾ ਹੈ। ਬੇਸ਼ੱਕ ਭਾਵੇਂ ਤੁਸੀਂ ਸੱਜਣ ਵੀ, ਮਿੱਤਰ ਵੀ ਬਣਾ ਲਓ। ਇਹਦੇ ਨਾਲ ਸੰਪਰਕ, ਇਹ ਹੁਣ ਅਸੀਂ ਇਹ ਸਤ ਸੰਗਤ ਕਰ ਰਹੇ, ਸੰਪਰਕ ਬਣ ਰਿਹਾ। ਉਹ ਸੰਪਰਕ ਦੇ ਨਾਲ ਸੰਬੰਧ ਬਣਨੇ ਨੇ। ਸੰਬੰਧ ਤੋਂ ਜਿਹੜੀ ਉਪਜ ਹੋਣੀ ਹੈ ਨਾ, ਜਿਸ ਤਰ੍ਹਾਂ ਕੋਈ ਖੇਤੀ ਕਰਦਾ, ਉਹਦੀ ਉਪਜ ਹੁੰਦੀ, ਉਹ ਹੁੰਦੀ ਹੈ ਪਿਆਰ ਦੀ। ਜੇ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਪੜ੍ਹੀਏ, ਜਦੋਂ ਗਾਵੀਏ, ਸੁਣੀਏ, ਮਨ ਰੱਖੀਏ ਭਾਉ। ਜਦੋਂ ਪ੍ਰਭੂ ਪਰਮਾਤਮਾ ਦੇ ਗੀਤ ਗਾਵਾਂਗੇ, ਇਹ ਹੁਣ ਗਾ ਰਹੇ ਹਾਂ ਨਾ, ਸੁਣਾਂਗੇ ਤੇ ਮਨ ਵਿੱਚ ਰੱਖੀਏ ਭਾਵ, ਭਾਵ ਕਿ ਮਨ ਦੇ ਵਿੱਚ ਉਹਦੇ ਨਾਲ ਪ੍ਰੇਮ ਹੋ ਜਾਏਗਾ। ਤੇ ਪ੍ਰੇਮ ਹੋਣ ਤੋਂ ਬਾਅਦ ਪਤਾ ਕੀ ਮਿਲੇਗਾ? ਦੁੱਖ ਪਰ ਹਰ ਸੁਖ ਕਰ ਲੈ ਜਾਏ। ਦੁਨੀਆ ਦੇ ਸੰਬੰਧ ਨਾਲ ਕਿੱਥੇ ਕਰਵਾਟ ਆ ਸਕਦੀ ਹੈ, ਕਦੀ ਉਹ ਰਿਸ਼ਤੇ ਟੁੱਟ ਸਕਦੇ ਨੇ, ਪਰ ਪਰਮਾਤਮਾ ਦੀ ਪ੍ਰੀਤ ਐਸੀ ਨਹੀਂ ਹੈ। ਉਹ ਤੇ ਕਹਿੰਦਾ ਜਿੰਨੇ ਮਰਜ਼ੀ ਦੁਨੀਆ ਦੇ ਦੁੱਖ, ਪਹਾੜ ਵਰਗੇ ਦੁੱਖ ਵੀ ਲੈ ਆ, ਇੱਥੇ ਰੱਖ ਜਾ ਤੇ ਸੁਖ ਕਰ ਲੈ ਜਾ। ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰੂ ਕਦੀ ਸਾਡੇ ਸੁੱਖ ਖੋਹਣ ਨਹੀਂ ਆਉਂਦਾ, ਬਲਕਿ ਦੁੱਖ ਲੈਣ ਆਉਂਦਾ ਹੈ। ਇਹ ਗੱਲ ਵੱਖਰੀ ਹੈ ਕਿ ਦੁੱਖ ਤੇ ਸੁੱਖ ਆਣੇ ਹੀ ਆਣੇ ਨੇ। ਕੋਈ ਐਸਾ ਸਰੀਰ ਨਹੀਂ, ਕਦੀ ਇਹ ਵੀ ਭੁਲੇਖਾ ਕੱਢ ਦਈਏ ਕਿ ਦੁੱਖ ਹੀ ਆਣੇ ਨੇ ਤੇ ਸੁੱਖ ਨਹੀਂ ਆਣਾ, ਜਾਂ ਸਾਰੀ ਉਮਰ ਅਸੀਂ ਸੁੱਖ ਹੀ ਭੋਗਣੇ ਨੇ, ਦੁੱਖ ਆਣਾ ਨਹੀਂ ਹੈ। ਨਹੀਂ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿਸ ਤਰ੍ਹਾਂ ਸਵੇਰ ਤੋਂ ਬਾਅਦ ਸ਼ਾਮ ਆਉਂਦੀ ਹੈ ਨਾ, ਕੱਪੜੇ ਰੋਜ਼ ਬਦਲਨੇ ਆ ਨਾ, ਰੁੱਤ ਬਦਲਦੀ ਹੈ ਨਾ, ਸੁਭਾਵਕ ਹੈ ਕਿ ਸੁੱਖ ਤੋਂ ਬਾਅਦ ਦੁੱਖ ਆਣਾ ਲਾਜ਼ਮੀ ਹੈ। ਪਰ ਇਹ ਗੱਲ ਪੱਕੀ ਹੈ, ਸੁੱਖ ਦੇ 50 ਸਾਲ ਬੀਤ ਜਾਂਦੇ ਨੇ, ਪਤਾ ਨਹੀਂ ਲੱਗਦਾ। ਦੁੱਖ ਦਾ ਇੱਕ ਦਿਨ ਵੀ ਕੱਟਣਾ ਔਖਾ ਹੋ ਜਾਂਦਾ ਹੈ, ਜੁਗਾਂ ਦੇ ਬਰਾਬਰ ਹੋ ਜਾਂਦਾ ਹੈ। ਤਾਂ ਹੀ ਮਹਾਰਾਜ ਨੇ ਕਿਹਾ, ਦੁੱਖ ਦਾਰੂ ਸੁਖ ਰੋਗ ਪਿਆ। ਇਹ ਸੰਗਤ ਕਰਨ ਤੋਂ ਮਤਲਬ ਇਹ ਵੇ ਕਿ
ਇਹਦੇ ਨਾਲ ਸਾਡਾ परमात्मा ਦੇ ਨਾਲ ਸੰਪਰਕ ਹੋ ਰਿਹਾ, ਸੰਬੰਧ ਬਣ ਗਏ। ਜਦੋਂ ਕਿਸੇ ਨਾਲ ਸੰਬੰਧ ਬਣ, ਹੁਣ ਕਦਾ ਕੁੜੀ ਵਿਆਹੋ ਕਿਸੇ ਦੇ ਘਰ ਤੇ ਸਾਡੇ ਕੀ ਹੁੰਦੇ ਨੇ, ਅਸੀਂ ਕੀ ਕਹਿੰਦੇ ਹਾਂ ਕਿ ਸਾਡੇ ਹੁਣ ਰਿਸ਼ਤੇਦਾਰ ਨਵੇਂ ਸੰਬੰਧ ਬਣ ਗਏ ਨੇ, ਇਹ ਕੁੜਮ ਬਣ ਗਏ ਨੇ, ਇਹ ਸਾਂਢੂ ਸਾਹਿਬ ਨੇ, ਜੋ ਵੀ ਰਿਸ਼ਤੇ ਹਨ। ਫਿਰ ਕੀ ਹੁੰਦਾ, ਫਿਰ ਅੱਗੋਂ ਜੀਵਨ ਦੀ ਦੌੜ ਚਾਲੂ ਹੁੰਦੀ ਹੈ, ਉਹਦੇ ਵਿੱਚ ਪਿਆਰ ਵੀ ਹੁੰਦਾ ਹੈ, ਸਭ ਕੁਝ ਹੁੰਦਾ ਹੈ, ਕਿੱਥੇ ਲੜਾਈ ਵੀ ਹੋ ਜਾਂਦੀਆਂ ਨੇ, ਪਰ परमात्मा ਨਾਲ ਐਸਾ नहीं है। परमात्मा ਨਾਲ जब तू संबंध बनाएगा, संपर्क करेगा, संबंध बनणगे, फिर लाजमी प्यार उपजेगा। ये प्यार ऐसा नहीं कि तैनू किसी दिन धोखा मिल जाएगा, नहीं भाई। मारे कहते दुख पर हर सुख कर ले जाए, ऐसा प्यार धन धन बाबा दीप सिंह ने धन गुरु गोबिंद सिंह महाराज नाल कीता। मैं कल भी कथा विचार काफ़ी महाराज की कृपा नाल उस प्रकरण नूं शॉर्ट ही जोड़ के ते मैं अज शहादत वाल इस नूं लैके जाइए समय के मुताबक। आनंदपुर की धरती ते तीनों आए, माता पिता ते गुरु गोबिंद सिंह दे आनंदपुर की धरती ते बाबा दीप सिंह जी नाल आए। दीपा नाम सी, जीवनी माता सी ते भगता पिता सी। तिन्हां ने अमृतपान कर लिया। दीपा तो दीप सिंह जी बन गए 18 साल की उम्र, यंग बिल्कुल गभरू सन। ते जीवनी कौर ते भगता सिंह बन के इस धरती ते फिर जदों 3 दिन रहे, चलन लगे ते फिर रुक गए। बाबा दीप सिंह जी कहन लगे माता पिता नूं सानू कुछ चिर रहन दो इत्थे। माता पिता चले गए, सेवा की, बहुत अंथक सेवा की, घुड़सवारी, नेजा चलाना, शस्त्र चलाने, बड़ी विद्यावां सिखियां, गोली चलानी, भाला चलाना, खंडा चलाना, जिहड़ा अखीर विच 18 सेर का खंडा फड़ के युद्ध लड़िया सी। भाषावां भी काफ़ी सिखियां, संस्कृत सिखी, गुरमुखी सिखी, फारसी सिखी। गुरु गोबिंद सिंह महाराज को बड़ा प्यार लिया, इतना प्यार लिया क्योंकि ये संबंध पहला संपर्क किया। देखो किसी नाल संबंध बनाने ने ना, पहला उहदे नाल कॉन्टैक्ट करना पेगा, सानू मिलना पेगा आपस विच। हुण असीं मिल रहे हैं गुरु दे नाल, हुण साडे संबंध बन रहे हैं क्योंकि असीं कदों तो संबंध विछोड़े हुए ने, बहुत जन्म विछड़े थे मां तो, बहुते जन्मां तो असीं विछोड़ के इस संबंध नूं हुण बना रहे हैं, दोबारा तो बना लिया। पिता आ गए 1703 विच लैण वास्ते, महाराज ने भेज दिता। मैं टूक मात्र गल करा, महाराज ने बचन किया कि जाओ सिक्खी का प्रचार करो ते सब नूं विद्या सिखाओ, शस्त्र विद्या, शास्त्र विद्या सिखाओ, गुरबाणी नाल जुड़ो ते संगतां नूं जोड़ो, आप जपो अवरह नाम जपाओ। कह के चले गए। समा आया 1704 का, आनंदपुर का वाकया होया। महाराज आनंदपुर किला खाली किया, सरसे तो होंदे माछीवाड़ा, तो फिर आप जी उथे चमकोड़, फिर के नाम है राय कला, फिर चल के आलमगीर, ये सारा मारे रस्ता पेंडा पार करते हुए पहुँच गए दमदमा साहिब, साबो की तलवंडी, जिथे दमदमा तो भाव कि जिथे दम लेना, कि बंदा बड़ी दूर तो सफ़र कर रहा हो ना, कहते चलो रुक जाओ दम ले लीए, इनू कहते दम दमा साहिब। दिल्ली विच भी है, इत्थे भी महाराज ने आके जदों दखण नूं जा रहे सन, इस धरती ते भी महाराज ने दम भाव कि इत्थे आके विश्राम किया सी। ते ये सत्कारयोग वर्ड ने जो पंथां वल्लों महाराज की बख्शी दे सदके प्राप्त होंदे हैं। इनू दमदमा साहिब ते महाराज साबो की तलवंडी, जिथे अजकल 5वां तखत है, तो महाराज ने उत्थे फिर इन्हां नूं सारी विद्या भी सिखाइयां। गुरु ग्रंथ साहिब दी वास्ते महाराज ने फिर धीर मलीए कोलों ग्रंथ साहिब मंगवाण का यतन किया, पर धीर मलीआ मना कर गया, इनकारी हो गया। गुरु महाराज ने फिर उहदे इंकारी नूं उहदे कबोल बोलन नाल कि जे गुरु है तो अपने आप नहीं उचार सकते बाणी। उस वेले गुरु गोबिंद सिंह महाराज ने उस पावन पवित्र धरती ते बाबा मणि सिंह ते बाबा दीप सिंह जी पासों ये ग्रंथ साहिब की स्थापना करवाई। काफ़ी समा लग गया उत्थे।
ਬਾਬਾ ਮਣੀ ਸਿੰਘ ਨੇ ਲਿਖਾਰੀ ਸਨ ਜੋ ਲਿਖਦੇ ਸਨ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਉਚਾਰਨ ਕਰਦੇ ਸਨ। ਇਤਿਹਾਸ ਮੈਂ ਪੜ੍ਹ ਰਿਹਾ ਸੀ ਕਿ ਪਹਿਲੇ ਦਿਨ ਹੀ ਮਹਾਰਾਜ ਨੇ ਜਪਜੀ ਸਾਹਿਬ ਸੋਦਰ ਦੀ ਬਾਣੀ ਇਹ ਲਿਖਵਾ ਦਿੱਤੀ ਸੀ। ਕਾਫੀ ਸਮਾਂ ਲੱਗ ਕੇ ਉਸੇ ਤਰ੍ਹਾਂ ਉਤਾਰਾ ਕਰ ਦਿੱਤਾ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੇ ਕਰਵਾਇਆ ਸੀ, ਪਰ ਉਹਦੇ ਨਾਲ ਆਪਣੇ ਪਿਤਾ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਤੇ ਜੈ ਜੈਵੰਤੀ ਰਾਗ 30 ਰਾਗਾਂ 'ਚ ਸੀ। ਪਹਿਲਾਂ ਤੇ 31ਵਾਂ ਰਾਗ ਜੋੜ ਕੇ ਤੇ 57 ਸ਼ਲੋਕ ਮਹਾਰਾਜ ਦੀ ਸਾਰੀ ਬਾਣੀ ਨੂੰ ਇਕੱਤਰ ਕਰਕੇ ਇੱਕ ਗ੍ਰੰਥ ਤਿਆਰ ਕਰ ਦਿੱਤਾ, ਜਿਹਨੂੰ ਹਲੇ ਗੁਰੂ ਦੀ ਪਦਵੀ ਨਹੀਂ ਸੀ। ਤੇ ਬਾਬਾ ਦੀਪ ਸਿੰਘ ਜੀ ਨੇ ਨਾਲ ਸਾਧ ਸੰਗਤ ਕਲਮ ਸ਼ਾਹੀ ਤੇ ਦੁਆਤ ਇਹ ਸੇਵਾ ਨਾਲ ਦੇ ਨਾਲ ਕਰਦੇ ਰਹੇ। ਜਿਹੜੀ ਪਹਿਲਾਂ ਕਲਮਾਂ ਨਾਲ ਹੀ ਅਸੀਂ ਛੋਟੇ ਹੁੰਦੇ ਸਨ, ਆਪਣੀ ਤਖਤੀ ਤੇ ਕਲਮਾਂ ਨਾਲ ਲਿਖਦੇ ਸਨ, ਉਸ ਟਾਈਮ ਕਲਮਾਂ ਨਾਲ ਹੀ ਲਿਖਦੇ ਸਨ। ਜਿਹੜੀ ਕਲਮ ਟੁੱਟ ਜਾਏ ਫਿਰ ਦੁਬਾਰਾ ਯੂਜ਼ ਨਹੀਂ ਹੁੰਦੀ, ਉਹਨੂੰ ਘੜਦੇ ਨਹੀਂ ਸੀ। ਇੱਕੋ ਵਾਰੀ ਜਿਹੜੀ ਤਿਆਰ ਹੁੰਦੀ ਸੀ ਉਹਦੇ ਉੱਤੇ ਲਿਖੀ ਜਾਂਦੀ ਸੀ, ਫਿਰ ਦੁਬਾਰਾ ਹੁੰਦੀ ਸੀ। ਦੇਖੋ ਉਸ ਨੂੰ ਵੀ ਧੰਨ ਕਹਿ ਦਿੱਤਾ ਹੈ। ਧੰਨ ਸੁਕਾਗਤ, ਧੰਨ ਕਲਮ, ਧੰਨ ਭਾਂਡਾ, ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿੰਨੀ ਸੇਵਾ ਮਹਾਨ ਹੈ ਕਿ ਉਹ ਕਾਗਜ਼ ਵੀ ਧੰਨ ਹੋ ਗਿਆ ਜਿਸ ਕਾਗਜ਼ ਤੇ ਬਾਬਾ ਮਣੀ ਸਿੰਘ ਜੀ ਲਿਖ ਰਹੇ ਸਨ। ਦੇਖੋ ਹੁਣ ਗੁਰੂ ਗ੍ਰੰਥ ਸਾਹਿਬ ਦੇ ਕਾਗਜ਼ ਨੇ, ਕਾਗਜ਼ ਤੇ ਬੜੇ ਨੇ ਸੰਸਾਰ ਵਿੱਚ, ਪਰ ਜਿੱਥੇ ਗੁਰੂ ਦੀ ਬਾਣੀ ਲਿਖੀ ਜਾਂਦੀ ਹੈ ਉਹ ਵੀ ਧੰਨ ਹੋ ਜਾਂਦਾ ਹੈ। ਧੰਨ ਸੁਕਾਗਤ, ਕਲਮ ਧੰਨ, ਕਲਮ ਵੀ ਧੰਨ ਹੋ ਜਾਂਦੀ ਹੈ ਜਿਸ ਦੇ ਨਾਲ ਉਸ ਪਰਮਾਤਮਾ ਦੇ ਗੀਤ ਸੋਹਿਲੇ ਗਾਏ ਜਾਂਦੇ ਨੇ। ਧੰਨ ਭਾਂਡਾ, ਧੰਨ ਮਸ, ਉਹ ਭਾਂਡਾ ਸ਼ਾਹੀ ਦਾ ਭਾਂਡਾ ਵੀ ਧੰਨ, ਦੁਆਤ ਕਹਿ ਲਓ ਉਹ ਵੀ ਧੰਨ ਹੈ। ਧੰਨ ਉਹ ਸ਼ਾਹੀ ਵੀ ਧੰਨ ਹੋ ਗਈ। ਧੰਨ ਲਿਖਾਰੀ ਨਾਨਕਾ ਜਿਹੜਾ ਇਸ ਨੂੰ ਲੇਖ ਲਿਖ ਰਿਹਾ ਹੈ, ਬਾਬਾ ਮਣੀ ਸਿੰਘ ਜੀ ਵਰਗੇ ਮਹਾਨ ਸ਼ਖਸੀਅਤ, ਉਹ ਵੀ ਧੰਨ ਹੋ ਗਏ। ਜਿਨ ਨਾਮ ਲਿਖਾਇਆ ਸੱਚ, ਜਿਹਨੇ ਸੱਚ ਨੂੰ, ਦੁਨੀਆ ਝੂਠ ਦੇ ਤੇ ਖਾਤੇ ਬੜੇ ਬਣਾਉਂਦੇ ਨੇ, ਉਹ ਧੰਨ ਨਹੀਂ। ਤੁਸੀਂ ਵੀ ਧੰਨ ਬਣ ਸਕਦੇ ਹੋ ਜਦੋਂ ਆਪਣੇ ਵਪਾਰ ਦੇ ਵਿੱਚ ਸੱਚਾ ਸੌਦਾ ਕਰੋਗੇ। ਜੋ ਲਿਖੋਗੇ ਉਹ ਵੀ ਧੰਨ ਹੈ। ਤੋ ਬਾਦਸ਼ਾਹ ਨੇ ਇਹ ਉਤਾਰਾ ਕਰਾ ਕੇ ਫਿਰ ਜਦੋਂ ਦੱਖਣ ਨੂੰ ਜਾਣ ਲੱਗੇ ਤੇ ਮਹਾਰਾਜ ਨੇ ਫਿਰ ਬਾਬਾ ਦੀਪ ਸਿੰਘ ਤੇ ਬਾਬਾ ਮਣੀ ਸਿੰਘ ਜੀ ਦੇ ਉੱਤੇ ਸੇਵਾ ਲਾਈਆਂ। ਤੇ ਬਾਬਾ ਦੀਪ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇੱਕ ਬੇਨਤੀ ਹੈ, ਆਪ ਜੀ ਜਾ ਰਹੇ ਹੋ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੋਂ ਜਗ੍ਹਾ ਛੱਡੀ ਦੁਬਾਰਾ ਵਾਪਸ ਨਹੀਂ ਆਏ। ਪੂਰਾ ਇਤਿਹਾਸ ਪੜ੍ਹ ਲਓ। ਉਸ ਵੇਲੇ ਬਾਬਾ ਦੀਪ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੇਰੀ ਤੁਹਾਡੇ ਨਾਲ ਇਹ ਬੇਨਤੀ ਹੈ ਕਿ ਮੇਰੀ ਸਿੱਖੀ ਸਵਾਸਾਂ ਨਾਲ ਨਿਭ ਜਾਏ। ਮਹਾਰਾਜ ਨੇ ਕਿਹਾ, ਬਾਬਾ ਦੀਪ ਸਿੰਘ ਜੀ ਤੁਸੀਂ ਤੇ ਮਹਾਨ ਹੋ, ਤੁਹਾਡੇ ਤੇ ਸਿੱਖੀ ਦਾ ਜਜ਼ਬਾ ਹੈ, ਤੁਸੀਂ ਤੇ ਉਹ ਸ਼ਖਸੀਅਤ ਹੋ, ਤੁਹਾਡੇ ਜਿਹੜੇ ਬਚਨ ਮੁਖ ਤੋਂ ਨਿਕਲਣਗੇ ਨਾ ਉਹ ਕਦੀ ਖਾਲੀ ਨਹੀਂ ਜਾਣਗੇ। ਭਾਵੇਂ ਸੀਸ ਧਰ ਤੋਂ ਲੱਗ ਵੀ ਹੋ ਜਾਏ ਤਾਂ ਵੀ ਤੁਹਾਡਾ ਕਿਹਾ ਬਚਨ ਗੁਰੂ ਨਾਨਕ ਪਾਤਸ਼ਾਹ ਨੂੰ ਪੂਰਨ ਕਰਨਾ ਪਏਗਾ, ਕਿਉਂਕਿ ਭਗਤਾਂ ਕਾ ਬੋਲਿਆ ਪ੍ਰਵਾਨ ਹੈ। ਮਹਾਰਾਜ ਨੇ ਫਿਰ ਇਹ ਬਖਸ਼ਿਸ਼ ਕਰਕੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਕਹਿ ਕੇ ਦੱਖਣ ਨੂੰ ਦਿੱਲੀ ਵੱਲੋਂ ਹੁੰਦੇ ਆ ਗਏ। ਉੱਥੇ ਮਹਾਰਾਜ ਨੂੰ ਫਿਰ ਇਹ ਵੀ ਬਚਨ ਕੀਤਾ ਕਿ ਤੁਸੀਂ ਸਾਬੋ ਕੀ ਤਲਵੰਡੀ ਹੀ ਰਹਿਣਾ ਹੈ। ਬਹੁਤ ਚਿਰ ਮਹਾਰਾਜ ਨੇ 11 ਸਾਲ ਲਗਾ ਕੇ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਮਨਾ ਰਹੇ ਆ ਨਾ, 4 ਸਰੂਪ ਹੱਥੀ ਮਹਾਰਾਜ ਨੇ ਲਿਖੇ ਉਸ ਸਥਾਨ ਤੇ। ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਇੱਕ ਐਸਾ ਪਹਿਲਾ ਜਿਹੜਾ ਸਰੂਪ ਲਿਖਿਆ ਉਹ 4 ਸ਼ੇਰ ਸ਼ਾਹੀ ਦਾ, ਜਿਹੜੀ ਗੋਲਡ ਭਾਵ ਸੋਨੇ ਦੇ ਨਾਲ ਜਿਹੜਾ 4 ਤਖਤਾਂ ਤੇ ਇਹ ਸਰੂਪ ਪਹੁੰਚਾਏ ਗਏ, ਵਿਰਾਜਮਾਨ ਕਰਾਏ ਗਏ। ਵਾਹਿਗੁਰੂ ਅਕਾਲ ਤਖਤ ਸਾਹਿਬ ਜਿੱਥੇ ਇਹ 4 ਸ਼ੇਰ ਸ਼ਾਹੀ ਦਾ ਗੋਲਡ ਵਿੱਚ ਇਹ ਅਕਾਲ ਤਖਤ ਸਾਹਿਬ ਸਰੂਪ ਨੂੰ ਵਿਰਾਜਮਾਨ ਕਰਾਇਆ ਗਿਆ। ਦੂਜਾ ਸਰੂਪ ਕੇਸਗੜ੍ਹ ਸਾਹਿਬ। ਤੀਜਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ, ਤਈ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਭਾਵ ਲਿਓ, ਭਾਵ ਸ੍ਰੀ ਹਰਿਮੰਦਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਉੱਥੇ। ਤੇ ਚੌਥਾ ਨਾਂਦੇੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਂਦੇੜ ਮਹਾਰਾਸ਼ਟਰ ਵਿਖੇ। 4 ਸਰੂਪ ਬਾਬਾ ਦੀਪ ਸਿੰਘ ਨੇ ਹੱਥੀਂ ਲਿਖੇ ਤੇ ਉੱਥੇ ਫਿਰ
ਬੱਚਿਆਂ ਨੂੰ ਵਿਦਿਆ ਸਿਖਾਈ, ਸ਼ਾਸਤਰ ਚਲਾਣੇ ਸਿਖਾਏ, ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ। ਫਿਰ ਜਿਹੜੀ ਦਮਦਮੀ ਟਕਸਾਲ ਹੈ ਉਹਦੀ ਸਥਾਪਨਾ ਵੀ ਕੀਤੀ ਇਸ ਪਾਵਨ ਧਰਤੀ ਤੇ, ਜਿਹੜਾ ਦਮਦਮਾ ਸਾਹਿਬ ਜਿੱਥੇ ਗੁਰਦੁਆਰਾ ਹੈ। ਜਿਹੜੀ ਅੱਜ ਕੱਲ੍ਹ ਜਿਹੜੀ ਸੰਸਥਾ ਚੱਲਦੀ ਹੈ ਦਮਦਮੀ ਟਕਸਾਲ, ਸਿੱਖ ਧਰਮ ਦੀ ਮੁੱਢਲੀ ਜਿਹੜੀ ਅੱਜ ਕੱਲ੍ਹ 12ਵਾਂ ਜਾਂ 13ਵੇਂ ਹਰਨਾਮ ਸਿੰਘ ਨੇ, ਗੁਰਬਚਨ ਸਿੰਘ ਜੀ ਖਾਲਸਾ ਜੀ ਨੇ, ਕਰਤਾਰ ਸਿੰਘ ਜੀ, ਅੱਗੇ ਸਾਰੇ 11-12 ਇਸ ਜਿਹੜੀ ਟਕਸਾਲ ਹੈ ਇਹਦੇ ਵਿੱਚ ਸਭ ਨੇ ਸੇਵਾ ਨਿਭਾ ਰਹੇ ਹਨ। ਇਹਦਾ ਮਕਸਦ ਇਹ ਵੇ ਕਿ ਇਹਦੀ ਸੰਥਿਆ ਦੇਣੀ, ਸ਼ਸਤਰ ਦੀ ਤੇ ਸ਼ਾਸਤਰਾਂ ਦੀ, ਦੋਨਾਂ ਦੀ। ਇਹ ਬਾਬਾ ਦੀਪ ਸਿੰਘ ਜੀ ਸਥਾਪਨਾ ਇਹਨਾਂ ਨੇ ਕੀਤੀ ਹੈ। ਤੇ ਸਾਧ ਸੰਗਤ, ਉਸ ਵੇਲੇ ਜਦੋਂ ਅਬਦਾਲੀ ਨੇ ਕਹਿਰ ਹਿੰਦੁਸਤਾਨ ਵਿੱਚ ਮਚਾ ਰੱਖਿਆ ਸੀ, ਮੈਂ ਹੁਣ ਆਪਣੇ ਵਿਸ਼ੇ ਤੇ ਆਵਾਂ। ਇਹ ਕੱਲ ਤੱਕ ਅਸੀਂ ਸਾਂਝ ਕੀਤੀ ਸੀ, ਪਿਛਲੇ ਲਾਸਟ ਪ੍ਰੋਗਰਾਮ ਵਿੱਚ ਆਪ ਜੀ ਨੂੰ ਉਹ ਵੀ ਭੇਜੀਆਂ ਗਈਆਂ ਸੀ ਆਡੀਓ ਕਲਿੱਪ। ਸੋ ਹੁਣ ਬਾਬਾ ਦੀਪ ਸਿੰਘ ਜੀ ਨੇ ਜਦ ਵੇਖਿਆ ਕਿ ਅਬਦਾਲੀ ਨੇ ਕਹਿਰ ਮਚਾ ਰੱਖਿਆ ਹੈ, ਪੂਰੇ ਹਿੰਦੁਸਤਾਨ ਨੂੰ ਲੁੱਟ ਰਿਹਾ ਹੈ, ਤੇ ਲੁੱਟਦਾ ਸਾਰੀਆਂ ਜਗ੍ਹਾ ਤੋਂ ਲੁੱਟਦਿਆ ਦਿੱਲੀ ਤੋਂ ਹੁੰਦਾ ਹੋਇਆ ਇਹ ਅੱਗੇ ਕਾਬੁਲ ਨੂੰ ਜਾ ਰਿਹਾ ਹੈ। ਉਸ ਵੇਲੇ ਉਸ ਦਾ ਪੁੱਤਰ ਸੀ ਤੈਮੂਰ। ਉਹਨੂੰ ਰਸਤੇ ਵਿੱਚ ਆਲਾ ਸਿੰਘ ਨੇ ਯੁੱਧ ਲੜ ਕੇ ਉਹਦੇ ਕੋਲ ਸਾਰਾ ਕੁਝ ਖੋਹ ਲਿਆ, ਜੋ ਕੁਝ ਮਾਲ ਮੱਤਾ ਉਹਨੇ ਹਿੰਦੁਸਤਾਨ ਦਾ ਲੁੱਟਿਆ ਸੀ। ਧੀਆਂ ਭੈਣਾਂ ਜਿਹੜੀਆਂ ਸਨਾਤਨ ਧਰਮ ਦੀਆਂ, ਜਿਨ੍ਹਾਂ ਨੂੰ ਲੈ ਕੇ ਗਜ਼ਨੀ ਦੇ ਬਾਜ਼ਾਰਾਂ ਦੇ ਵੀ ਟਕੇ 'ਚ ਵੇਚਿਆ ਜਾਂਦਾ ਸੀ, ਉਹ ਵੀ ਪਰਿਵਾਰਾਂ ਦੀਆਂ, ਸਨਾਤਨ ਧਰਮ ਦੀਆਂ, ਹਿੰਦੂ ਧਰਮ ਦੀਆਂ ਲੜਕੀਆਂ ਨੂੰ ਬਚਾਇਆ ਤੇ ਉਹਨਾਂ ਨੂੰ ਸੁਰੱਖਿਅਤ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਗਿਆ, ਤਾਂ ਕਿ ਇਹਨਾਂ ਦੀ ਬੇਪਤੀ ਨਾ ਹੋ ਸਕੇ। ਤੇ ਜਦੋਂ ਇਹ ਅੱਗੇ ਜਾ ਰਿਹਾ ਸੀ ਤੇ ਇਹਨੂੰ ਪਤਾ ਲੱਗਿਆ ਕਿ ਸਿੱਖ ਧਰਮ ਦੇ ਇਹ ਕਿਹੜਾ ਧਰਮ ਹੈ ਜਿਹਦੇ ਵਿੱਚ ਇਤਨੀ ਸ਼ਕਤੀ ਹੈ ਕਿ ਜਿਹੜਾ ਸਾਡੇ ਨਾਲ ਟੱਕਰ ਲੈਣ ਵਾਲਾ ਕੋਈ ਹੈ। ਜਲਦੀ ਵਿੱਚ ਸੀ ਤੇ ਉਹਨੇ ਲਾਹੌਰ ਦਾ ਹਾਕਮ ਸੀ, ਉਹ ਆਪਣੇ ਪੁੱਤਰ ਤੈਮੂਰ ਨੂੰ ਬਣਾ ਦਿੱਤਾ ਕਿ ਮੈਂ ਜਦ ਵਾਪਸ ਆਵਾਂ, ਇਹ ਜਿਹੜਾ ਹਰਮੰਦਰ ਸਾਹਿਬ ਦੀ ਗੱਲ ਕਰਦੇ ਨੇ, ਇੱਥੋਂ ਦੀ ਸ਼ਕਤੀ, ਆਤਮਕ ਸ਼ਕਤੀ, ਔਰ ਬਾਹਰ ਜਲ ਹੈ, ਸਰੋਵਰ ਹੈ, ਇੱਥੋਂ ਇਸ਼ਨਾਨ ਕਰਕੇ ਇੱਕ ਇਹਨਾਂ ਨੂੰ ਐਸੀ ਆਤਮਕ ਬਲ ਮਿਲ ਜਾਂਦਾ ਹੈ, ਜੋ ਇਸ਼ਨਾਨ ਕਰਕੇ ਅੰਦਰੋਂ ਬਾਣੀ ਪੜ੍ਹ ਕੇ ਆਉਂਦੇ ਨੇ, ਮੇਰੇ ਆਉਣ ਤੱਕ ਹਰਮੰਦਰ ਸਾਹਿਬ ਵੀ ਢਾਹ ਦਿਓ ਤੇ ਜਿਹੜਾ ਸਰੋਵਰ ਹੈ ਉਹਨੂੰ ਵੀ ਪੂਰ ਕਰ ਦਿਓ, ਭਰ ਦਿਓ ਮਿੱਟੀ ਦੇ ਨਾਲ। ਉਸ ਵੇਲੇ ਤੈਮੂਰ ਨੇ ਫਿਰ ਆਪਣੇ ਪਿਤਾ ਦੇ ਆਗਿਆ ਮੰਨਦੇ ਹੋਏ ਉਹ ਕਹਿਰ ਵੀ ਮਚਾਇਆ, ਸੈਨਾ ਲਾ ਕੇ ਉੱਥੋਂ ਚਲਿਆ ਤੇ ਉੱਥੋਂ ਉਹਨੇ ਜਹਾਨ ਖਾਨ ਨੂੰ ਭੇਜਿਆ। ਦੇਖੋ, ਜਹਾਨ ਖਾਨ ਨੂੰ ਭੇਜਣ ਤੋਂ ਬਾਅਦ ਉਹਨੇ ਕੀ ਕੀਤਾ, ਉਹਨੇ ਯੁੱਧ ਵਾਸਤੇ ਤਿਆਰੀ ਕੀਤੀ ਤੇ ਉੱਥੇ ਆ ਕੇ ਹਰਮੰਦਰ ਸਾਹਿਬ ਕਹਿਰ ਮਚਾਇਆ, ਕਿੰਨਿਆਂ ਨੂੰ ਜਾਨੀ ਨੁਕਸਾਨ, ਮਾਲੀ ਨੁਕਸਾਨ ਹੋਇਆ, ਤੇ ਆਪ ਜਹਾਨ ਖਾਨ ਹਰਮੰਦਰ ਸਾਹਿਬ ਦਾ ਇੰਚਾਰਜ ਬਣ ਗਿਆ, ਜੋ ਸਾਰੀ ਦੇਖ ਰੇਖ ਕਰਨ ਵਾਲਾ, ਔਰ ਸਾਰੇ ਮਾੜੇ ਕੰਮ ਉੱਥੇ ਹੋਣ ਲੱਗ ਪਏ ਜੋ ਧਾਰਮਿਕ ਸਥਾਨਾਂ ਤੇ ਵਰਜਿਤ ਨੇ। ਇੱਥੇ ਕਿਸੇ ਸਿੱਖ ਨੇ ਆ ਕੇ ਦਮਦਮਾ ਸਾਹਿਬ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਸਾਰੇ ਇਸ ਹਾਦਸੇ ਦੀ ਗੱਲ ਦੱਸੀ ਕਿ ਇਤਨਾ ਕੁਝ ਵਾਪਰ ਗਿਆ ਹੈ। ਉਸ ਵੇਲੇ 75 ਸਾਲ ਦੇ ਇਸ ਬਾਬਾ ਜੀ ਨੇ ਉਹ ਫਿਰ ਸ਼ਕਤੀ ਪਰਮਾਤਮਾ ਕੋਲੋਂ ਜਿਹੜੀ ਮਿਲੀ ਹੋਈ ਸੀ, ਉੱਥੋਂ ਦੀ ਫਿਰ ਇਹ ਚੱਲੇ ਅਰਦਾਸ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ। ਇਹ ਵੀ ਇੱਕ ਮਰਿਆਦਾ ਹੈ ਕਿ ਕੋਈ ਭੀੜਾ ਆ ਜਾਏ, ਮੁਕਾਬਲਾ ਕਰਨਾ ਤੇ ਪਹਿਲਾਂ ਬਾਣੀ ਦੀ ਓਟ ਲੈਣੀ। ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਚੱਲੇ, ਪਰ 3 ਅਰਦਾਸਾਂ ਸੋਧੀਆਂ। ਪਹਿਲੀ ਅਰਦਾਸ ਦਮਦਮਾ ਸਾਹਿਬ, ਉਹਦੇ ਨਾਲ 8 ਸਿੰਘ ਸਨ। 8 ਸਿੰਘ ਅਰਦਾਸ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਿਤਾ, ਆਪ ਅੰਗ ਸੰਗ ਸਹਾਈ ਹੋਣਾ। ਅਸੀਂ ਉਸ ਜਹਾਨ ਖਾਨ ਨੂੰ ਸੋਧਣ ਵਾਸਤੇ ਜਾ ਰਹੇ ਹਾਂ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ। ਅਰਦਾਸ ਹੀ ਬਹੁਤ ਸ਼ਕਤੀ ਹੈ, ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਚੱਲ ਪਏ ਮਾਲਵੇ ਦੀ ਧਰਤੀ ਤੋਂ ਹੁੰਦੇ, ਜਦ
ਤਰਨ ਤਾਰਨ ਸਾਹਿਬ ਪਹੁੰਚੇ। ਉੱਥੇ ਦੀਵਾਨ ਲੱਗਿਆ ਸੀ ਤੇ ਪਤਾ ਲੱਗ ਗਿਆ ਸੰਗਤ ਨੂੰ ਕਿ ਬਾਬਾ ਦੀਪ ਸਿੰਘ ਜੀ ਚੜ੍ਹਾਈ ਕਰਨ ਵਾਸਤੇ ਹਰਿਮੰਦਰ ਸਾਹਿਬ ਜਿਨ੍ਹਾਂ ਨੇ ਕਹਿਰ ਮਚਾਇਆ ਹੈ ਉਹਨਾਂ ਨੂੰ ਸੋਧਣ ਵਾਸਤੇ ਆ ਰਹੇ ਨੇ। ਸਾਧ ਸੰਗਤ ਉਸ ਵੇਲੇ ਬਹੁਤ ਇਕੱਠ ਹੋ ਗਿਆ, ਇੱਥੋਂ ਤੱਕ ਕਿ 5000 ਦਾ ਇਕੱਠ ਹੋ ਗਿਆ। ਉੱਥੇ ਬਾਬਾ ਜੀ ਨੇ ਪਾਠ ਕਰਕੇ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਸਾਧ ਸੰਗਤ ਇਹ ਦੂਜੀ ਅਰਦਾਸ ਕੀਤੀ। ਫਿਰ ਚੱਲ ਕੇ ਪਹੁੰਚੇ ਸੰਗਰਾਨਾ ਸਾਧ ਵਿੱਚ। ਫਿਰ ਇਤਨੇ ਸ਼ਰੀਰ ਹੋ ਗਏ, ਮਹਾਰਾਜ ਨੇ ਇੱਕ ਨਾ ਬਾਬਾ ਦੀਪ ਸਿੰਘ ਨੇ ਆਪਣੇ ਤੀਰ ਦੇ ਨਾਲ ਇੱਕ ਲੀਕ ਖਿੱਚ ਦਿੱਤੀ। ਉਸ ਗੁਰਦੁਆਰੇ ਸਾਹਿਬ ਤੇ ਹੈਗਾ ਅੱਜ ਕੱਲ੍ਹ ਸੰਸ਼ੋਭਿਤ, ਲੀਕ ਖਿੱਚ ਦਿੱਤੀ ਤੇ ਅਰਦਾਸ ਕਰਕੇ ਕਹਿਣ ਲੱਗੇ, ਜਿਨ੍ਹਾਂ ਨੂੰ ਪਰਿਵਾਰ ਦਾ, ਮਾਇਆ ਦਾ, ਮਾਤਾ ਪਿਤਾ ਜਾਂ ਘਰ ਦਾ ਕਿਸੇ ਤਰ੍ਹਾਂ ਦਾ ਮੋਹ ਹੈ ਉਹ ਲਕੀਰ ਨਾ ਟੱਪਣ। ਜਿਹੜਾ ਮੋਹ ਮਾਇਆ ਤੋਂ ਪਰੇ ਹੋ ਕੇ ਗੁਰੂ ਨੂੰ ਮੁੱਖ ਰੱਖ ਕੇ, ਗੁਰੂ ਨੂੰ ਇੱਕ ਨੰਬਰ ਤੇ ਰੱਖ ਕੇ ਜਿਹੜਾ ਗੁਰੂ ਦੀ ਉਸ ਬੇਦਬੀ ਦਾ ਬਦਲਾ ਲੈਣਾ ਚਾਹੁੰਦਾ ਉਹ ਇਸ ਲਾਈਨ ਨੂੰ ਟੱਪ ਜਾਏ। ਤੇ ਜਿਹੜੇ ਮੋਹ ਮਾਇਆ ਦੇ ਜਾਲ ਵਿੱਚ ਨੇ ਉਹ ਕਿਰਪਾ ਕਰਕੇ ਅੱਗੇ ਨਾ ਆਉਣ। ਤੇ ਇਤਿਹਾਸ ਵਿੱਚ ਆਇਆ ਕਿ ਜਿਤਨੇ 5000 ਸ਼ਰੀਰ ਸਨ ਸਾਰੇ ਦੇ ਸਾਰੇ ਲਾਈਨ ਟੱਪ ਗਏ। ਇੱਕ ਵੀ ਕੋਈ ਐਸਾ ਸਿੱਖ ਨਹੀਂ ਬਚਿਆ ਜਿਹੜਾ ਉਸ ਲਾਈਨ ਤੋਂ ਇੱਧਰ ਹੋਵੇ, ਕਿਉਂਕਿ ਇੱਕ ਸੰਦੇਸ਼ ਦੇ ਦਿੱਤਾ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਸੱਚ ਦੀ ਲੜਾਈ ਲੜ ਰਹੇ ਹੋ ਤੇ ਸੱਚ ਦੇ ਨਾਲ ਹਾਂ। ਇਹਨੂੰ ਕਹਿੰਦੇ ਨੇ ਇੱਕ ਸੂਰਮੇ ਦੀ ਅਰਦਾਸ ਵਿੱਚ ਕਿਤਨੀ ਤਾਕਤ ਹੈ। ਬਾਣੀ ਵਿੱਚ ਨਾ ਦੋ ਤਰ੍ਹਾਂ ਦੇ ਸੂਰਮੇ ਗਿਣੇ ਗਏ ਨੇ। ਇੱਕ ਤੇ ਹੁੰਦਾ ਇੱਕ ਬਾਣੀ ਪੜ੍ਹ ਕੇ, ਇੱਕ ਹੁੰਦਾ ਜਿਹੜਾ ਜੰਗੇ ਮੈਦਾਨ ਵਿੱਚ ਲੜਦਾ ਹੈ, ਉਹ ਸੂਰਵੀਰ ਹੈ, ਸੂਰਾ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਇੱਕ ਸੂਰਾ ਇਹ ਵੀ ਹੈ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੇਂ ਸੋ ਕਈਅਤ ਹੈ ਸੂਰਾ। ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ, ਧਿਆਨ ਦੇਣਾ, ਉਹ ਵੀ ਸੂਰਾ ਹੈ। ਆਤਮ ਜਿਣੇ ਸਗਲ ਵਸਤਾਂ ਕੇ, ਜਿਹਨੇ ਆਤਮ ਜਿਣੇ, ਆਤਮ ਨੂੰ ਜਿੱਤ ਲਿਆ, ਮਨ ਨੂੰ, ਮਨ ਜਿੱਤੇ ਜਗ ਜੀਤ। ਆਤਮ ਜਿਣੇ ਸਗਲ ਵਸਤਾਂ ਕੇ, ਜਾਕਾ ਸਤਿਗੁਰ ਪੂਰਾ। ਠਾਕੁਰ ਗਾਈਏ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ। ਸਹਿਜ ਸਮਾਵਣ ਸੰਗ ਜਨ ਕੇ ਚਰਨ, ਵਸੇ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਤਿਨ ਕੀ ਧੂੜ। ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪੁਨੀਤਾ ਦੇਹੀ, ਜਨ ਕੀ ਧੂੜ ਦੇਹੋ ਕਿਰਪਾ ਨਿਧ ਨਾਨਕ ਕੇ ਸੁਖ ਏਹੀ। ਦੇਖੋ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਕਿਤਨੀ ਵਡਿਆਈ ਦਿੰਦੇ ਨੇ। ਇੱਕ ਤੇ ਪਰਮਾਤਮਾ ਦੀ ਚਰਨ ਧੂੜੀ ਗੁਰੂ ਸਾਹਿਬ ਕਹਿੰਦੇ ਮੈਂ ਲੋਚਨਾ। ਇੱਕ ਧੂੜੀ ਦੇਖੋ ਕਿਹਦੇ ਲੋਚ ਰਹੇ ਨੇ, ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ। ਤਾਂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਮੈਨੂੰ ਇਹ ਵਜੇ ਗੁਰੂ ਸਿੱਖਾਂ ਦੀ ਚਰਨ ਧੂੜੀ ਚਾਹੀਦੀ ਹੈ। ਦੇਖੋ ਇੱਕ ਚਰਨ ਧੂੜੀ ਪਰਮਾਤਮਾ ਦੀ ਆਪ ਲੈ ਰਹੇ ਨੇ, ਤੇ ਇੱਕ ਜਿਹੜੇ ਨਾਮ ਜਪਣ ਵਾਲੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਵਰਗਿਆਂ ਦੇ, ਜਿਹੜੇ ਇਤਨੇ ਨਾਮੀ ਨਾਮ ਜਪ ਕੇ ਉਹਨਾਂ ਦੀ ਚਰਨ ਧੂੜੀ ਲੈ ਰਹੇ ਨੇ। ਕਿਉਂਕਿ ਜੋ ਹਰ ਦਾਸਨ ਕੀ ਉਸਤਤ, ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਕਹਿੰਦੇ ਜੋ ਹਰੀ ਦੇ ਦਾਸਾਂ ਦੀ ਉਸਤਤ ਹੈ ਨਾ, ਉਹ ਸਮਝੋ ਕਿ ਹਰੀ ਦੀ ਵਡਿਆਈ ਹੋ ਰਹੀ ਹੈ। ਦੇਖੋ ਇਹ ਮੈਂ ਨਹੀਂ ਕਹਿ ਰਿਹਾ, ਬੋਲਨੇ ਗੁਰੂ ਗ੍ਰੰਥ ਸਾਹਿਬ ਦੇ, ਨੋਟ ਕਰਨਾ, ਜੋ ਹਰ ਦਾਸਨ ਕੀ ਉਸਤਤ, ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਜਦੋਂ ਹਰੀ ਆਪਣਾ ਚਾਹੁੰਦਾ ਨਾ ਮੈਂ ਆਪਣੀ ਵਡਿਆਈ ਕਰਾਵਾਂ, ਤੇ ਉਹ ਕੀ ਕਰਦਾ ਹੈ, ਜਨ ਦੀ ਜੈਕਾਰ ਕਰਾ ਦਿੰਦਾ ਹੈ। ਜਦੋਂ ਜਨ ਦੀ ਜੈਕਾਰ ਹੁੰਦੀ ਏ ਤੇ ਉਦੋਂ ਕੀ ਹੁੰਦਾ ਹੈ, ਉਦੋਂ ਪਰਮਾਤਮਾ ਦੀ ਜੈਕਾਰ ਆਪੇ ਹੀ ਹੋ ਗਈ। ਕਿੰਨੀ ਵੱਡੀ ਗੱਲ ਏ। ਜੋ ਹਰ ਦਾਸਨ ਕੀ ਉਸਤਤ, ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਉਹ ਕੀ ਕਰਦਾ ਹੈ, ਉਹ ਜਨ ਦੀ ਨਾ ਜੈਕਾਰ ਕਰਾ ਕੇ ਉਹ ਸਮਝਦਾ, ਫਿਰ ਪਰਮਾਤਮਾ ਸਮਝਦਾ ਹੈ ਜਨ ਦੀ ਤੇ ਮੇਰੀ ਤੇ ਹੋ ਹੀ ਰਹੀ ਹੈ, ਉਹ ਪਰ ਕਰਾ ਜਨ ਦੀ ਦਿੰਦਾ ਹੈ। ਇਹ ਵੀ ਬੜਾ ਵੱਡਾ ਵਿਸ਼ਾ ਹੈ, ਮੈਂ ਉਧਰ ਨਹੀਂ ਜਾਵਾਂਗਾ, ਪਰ ਮੈਂ 1 ਮਿੰਟ ਇਹਦੇ 'ਚ ਵੀ ਚਲੋ ਵਿੱਚੋਂ ਗੱਲ ਨਿਕਲੀ ਹੈ, ਸਾਹਮਣੇ ਆ ਗਈ, ਫਿਰ ਉਸ ਟਾਪਿਕ ਤੇ ਵੀ ਆਉਂਦੇ ਹਾਂ। ਇੱਕ ਵਾਰੀ ਬਾਬਾ ਬੁੱਢਾ ਜੀ ਨਾ ਹਰਿਮੰਦਰ ਸਾਹਿਬ
ਕੀ ਕਰ ਰਹੇ ਸਨ ਕਿ ਪੋਚਾ ਲਾ ਰਹੇ ਸਨ ਦਰਬਾਰ ਸਾਹਿਬ ਦੇ ਬਾਹਰ। ਜਿਸ ਤਰ੍ਹਾਂ ਹਰਿਮੰਦਰ ਸਾਹਿਬ ਜਾਓ ਪਰਿਕਰਮਾ ਤੇ ਪੋਚਾ ਲਾ ਰਹੇ ਸਨ। ਰਸਨਾ ਤੇ ਰੱਬ ਬੈਠਾ ਹੈ, ਕਿਉਂਕਿ ਪਰਮਾਤਮਾ ਕਹਿੰਦੇ ਨੇ ਕਿੱਥੋਂ ਦੀ ਪਰਮਾਤਮਾ ਨਾਲ ਗੱਲ ਕਰਨੀ ਹੋਈ ਕਿਵੇਂ, ਕਹਿੰਦੇ ਨੇ ਉਹ ਪਰਮਾਤਮਾ ਨਾਲ ਨਾਮ ਜਪਣ ਵਾਲੇ ਦੀ ਰਸਨਾ ਤੇ ਬੈਠਾ ਹੁੰਦਾ ਹੈ। ਤੇ ਉਹ ਪੋਚਾ ਮਾਰ ਰਹੇ ਸਨ। ਕੋਈ ਰਾਜਾ ਆਪਣੀ ਕੁੜੀ ਹੈ, ਮੁੰਡਾ ਸੀ, ਪਰ ਉਹਨੇ ਮਾਤਾ ਨੇ ਕੀ ਕੀਤਾ, ਉਸਨੂੰ ਕੁੜੀ ਦੇ ਕੱਪੜੇ ਪਵਾ ਦਿੱਤੇ। ਕਈ ਵਾਰੀ ਹੁੰਦਾ ਸੀ ਬੱਚਿਆਂ ਨੂੰ, ਬੱਚੇ ਹੁੰਦੇ ਨਾ, ਮੁੰਡਾ ਹੋਵੇ ਕੁੜੀ ਦੇ ਪਵਾ ਲੈਂਦੇ, ਕੁੜੀ ਹੋਏ ਮੁੰਡਾ ਪਵਾ ਲੈਂਦੇ। ਕਈ ਵਾਰੀ ਅਕਸਰ ਕਰਦੇ ਨੇ ਘਰ ਵਿੱਚ। ਉਹ ਮੁੰਡੇ ਦੀ ਕੁੜੀ ਵਾਲੇ ਕੱਪੜੇ ਪਵਾ ਕੇ ਤੇ ਪਰਿਵਾਰ ਰਾਜਾ ਲੈ ਕੇ ਆ ਰਿਹਾ ਸੀ। ਕਿੱਥੇ ਪੋਚੇ ਤੇ ਪੈਰ ਪੈ ਗਿਆ ਬਾਬਾ ਬੁੱਢਾ ਜੀ ਦੇ, ਜਿੱਥੇ ਪਰਿਕਰਮਾ ਤੇ ਪੋਚਾ ਲਾ ਰਹੇ ਸਨ। ਅਚਾਨਕ ਸੁਭਾਵਿਕ ਮੂੰਹ ਤੋਂ ਨਿਕਲਿਆ, ਬੱਚੀ ਸੰਭਾਲ ਕੇ ਚੱਲ। ਤੇ ਹੁਣ ਕੀ ਸੀ, ਰਸਨਾ ਤੇ ਰਵ ਸੀ। ਸਾਧੂ ਬੋਲੇ ਸਹਿ ਸੁਭਾਏ, ਸਾਧੂ ਕਾ ਬੋਲਾ ਬਿਰਥਾ ਨਾ ਜਾਏ। ਉਹ ਘਰ ਗਏ ਤੇ ਵੇਖਿਆ ਕਿ ਉਹ ਮੁੰਡੇ ਤੋਂ ਕੁੜੀ ਬਣ ਗਈ। ਉਹ ਆ ਗਏ ਗੁਰੂ ਅਰਜਨ ਦੇਵ ਮਹਾਰਾਜ ਕੋਲ, ਮਹਾਰਾਜ ਅਸੀਂ ਤੇ ਇੱਥੇ ਕੋਈ ਦਾਤ ਲੈਣ ਆਏ ਸੀ, ਇਹ ਤੇ ਮੁੰਡੇ ਤੋਂ ਕੁੜੀ ਹੋ ਗਈ ਹੈ। ਤੇ ਪੁੱਛਿਆ ਭਾਈ ਕੀ ਹੋਇਆ? ਕਹਿਣ ਲੱਗੇ, ਕਹਿੰਦੇ ਵਾਕਿਆ ਕੀ ਹੋਇਆ? ਕਹਿੰਦੇ ਨੇ ਹਾਂਜੀ, ਇੱਕ ਜਦੋਂ ਅਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਣ ਲੱਗੇ ਤੇ ਉੱਥੇ ਇੱਕ ਬੁੱਢਾ ਬਾਬਾ ਪੋਚਾ ਲਗਾ ਰਿਹਾ ਸੀ ਤੇ ਪੋਚੇ ਤੇ ਪੈਰ ਆ ਗਿਆ। ਤੇ ਉਹਨੇ ਕਿਹਾ ਬੱਚੀ ਧਿਆਨ ਨਾਲ ਚੱਲ, ਵੇਖ ਕੇ ਚੱਲ। ਬਾਬਾ ਜੀ ਸਮਝ ਗਏ, ਕਿਉਂਕਿ ਸਾਧ ਦੀ ਰਸਨਾ ਤੇ ਰੱਬ ਬੈਠਾ ਹੁੰਦਾ ਹੈ। ਮਹਾਰਾਜ ਹੁਣ ਕੀ ਕਰੀਏ? ਕਹਿੰਦੇ ਨੇ ਕੱਲ ਫਿਰ ਇਸ ਨੂੰ ਫਿਰ ਬੱਚਿਆਂ ਦੇ ਕੱਪੜੇ ਪਵਾ ਕੇ ਜਾਣ ਕੇ ਜਿੱਥੇ ਪੋਚਾ ਮਾਰ ਰਹੇ ਹੋਣ ਨਾ, ਫਿਰ ਉਹਦੇ ਤੇ ਪੈਰ ਰਖਵਾਉਣਾ। ਉਵੇਂ ਕੀਤਾ। ਹੈ ਲੜਕਾ ਹੀ ਸੀ, ਲੜਕੇ ਦੇ ਕੱਪੜੇ ਪਵਾਏ, ਫਿਰ ਲੈ ਕੇ ਆਏ ਪੋਚਾ। ਮਹਾਰਾਜ ਬਾਬਾ ਬੁੱਢਾ ਜੀ ਉਵੇਂ ਸੇਵਾ ਕਰ ਰਹੇ ਸੀ, ਬ੍ਰਹਮ ਗਿਆਨੀ। ਕਿਉਂਕਿ ਕਹਿੰਦੇ ਨਾ ਬ੍ਰਹਮ ਗਿਆਨੀ ਦੀ ਨਿਸ਼ਾਨੀ ਕੀ ਹੈ? ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। 3 ਗੁਣ ਮਹਾਰਾਜ ਨੇ ਬ੍ਰਹਮ ਗਿਆਨੀ ਦੇ ਵੀ ਦੱਸੇ ਨੇ। ਜਿੱਦਾਂ ਮਨ ਪਵਿੱਤਰ ਹੈ, ਸੱਚ ਦੇ ਨਾਲ ਜੁੜਿਆ ਤੇ ਮੁੱਖੋਂ ਵੀ ਸੱਚ ਹੀ ਹੈ। ਤੇ ਉਸ ਵੇਲੇ ਫਿਰ ਪੈਰ ਰੱਖਿਆ ਤੇ ਕਹਿੰਦਾ ਬੱਚਿਆ ਧਿਆਨ ਨਾਲ ਚੱਲ। ਇਹ ਬਖਸ਼ਿਸ਼ ਫੇਰ ਹੋ ਗਈ, ਕਿਉਂਕਿ ਸਾਧੂ ਦਾ ਬੋਲਿਆ ਨਾ ਕਦੀ ਬਿਰਥਾ ਨਹੀਂ ਜਾਂਦਾ। ਉਸ ਵੇਲੇ ਅਰਦਾਸ ਕਰਕੇ ਜਦੋਂ ਬਾਬਾ ਦੀਪ ਸਿੰਘ ਜੀ ਨਿਕਲੇ ਤੇ ਕਿ ਮੈਂ ਹੁਣ ਜਿਹੜੀ ਤੀਜੀ ਅਰਦਾਸ ਕੀਤੀ ਕਿ ਹੁਣ ਮੈਂ ਜੇ ਸ਼ਹਾਦਤ ਹੋਈ ਤੇ ਮੈਂ ਸੀਸ ਬਾਬਾ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਨਿਵਾਵਾਂ। ਕਿਉਂਕਿ ਰਸਨਾ ਤੇ ਮਹਾਰਾਜ ਨੇ ਕਿਹਾ ਸੀ ਤੁਹਾਡੀ ਰਸਨਾ ਤੇ ਗੁਰੂ ਨਾਨਕ ਬੈਠੇਗਾ। ਤੇ ਫਿਰ ਜਦ ਯੁੱਧ ਹੋਇਆ ਅੰਮ੍ਰਿਤਸਰ ਦੀ ਧਰਤੀ ਤੇ ਸਾਧ ਸੰਗਤ ਹਲੇ ਬਾਬਾ ਜੀ ਪਿੱਛੇ ਸਨ। ਇੱਕ ਸੰਗਤ ਦਾ ਹੋਰ ਕਾਫਲਾ ਆ ਰਿਹਾ ਸੀ। ਜਹਾਨ ਖਾਨ ਨਾਲ ਭੀੜ ਹੋਈ, ਉਹਨੂੰ ਪਤਾ ਲੱਗਿਆ 5000 ਆ ਰਹੇ ਨੇ। ਉਹਨਾਂ ਨੇ 20000 ਫੌਜ ਲੈ ਕੇ ਚੜ੍ਹਾਈ ਕੀਤੀ ਤੇ ਘਮਾਸਾਨ ਇੱਕ ਯੁੱਧ ਹੋਇਆ ਸਾਧ ਸੰਗਤ, ਜਿਹਦੇ ਵਿੱਚ ਭਾਈ ਦਿਆਲ ਸਿੰਘ ਜੀ ਨੇ ਜਹਾਨ ਖਾਨ ਨੂੰ ਢੇਰੀ ਕਰ ਦਿੱਤਾ, ਸੋਧ ਦਿੱਤਾ। ਵੱਧ ਰਹੇ ਸਨ। ਇਧਰੋਂ ਬਾਬਾ ਦੀਪ ਸਿੰਘ ਜੀ ਸਾਰੇ ਜਥੇ ਦੇ ਨਾਲ ਪਹੁੰਚ ਰਹੇ ਸੀ। ਜਦੋਂ ਆਮਨੇ ਸਾਹਮਣੇ ਲੜਾਈ ਹੋਈ ਸਾਧ ਸੰਗਤ, ਬਾਬਾ ਦੀਪ ਸਿੰਘ ਦੇ ਹੱਥ ਵਿੱਚ 18 ਸ਼ੇਰ ਦਾ ਖੰਡਾ, ਕਿਤਨਾ ਭਾਰੀ ਹੋਏਗਾ, ਜਿਹਦੇ ਆਪ ਦਰਸ਼ਨ ਵੀ ਕਰ ਸਕਦੇ ਹੋ। ਬੜੀ ਔਰ ਉਹਨਾਂ ਨਾਲ ਲੜਨ ਵਾਲਾ ਸਾਧ ਸੰਗਤ ਇੱਕ 30-32 ਸਾਲ ਦਾ ਜਵਾਨ, ਜਿਹਦਾ ਨਾਮ ਆਇਆ ਅਮਾਨ ਖਾਂ, ਉਹ ਹਾਥੀ ਤੇ ਸੀ। ਤੇ ਸਾਧ ਸੰਗਤ ਮੁਕਾਬਲਾ ਹੋਇਆ, ਡਟ ਕੇ ਮੁਕਾਬਲਾ ਹੋਇਆ। ਉਹ ਘੋੜੇ ਤੇ ਵਾਹਿਗੁਰੂ ਘੋੜੇ ਤੇ ਸਨ ਤੇ ਗੁਰੂ ਸਾਹਿਬ ਵੀ ਘੋੜੇ ਤਨ। ਇਤਨੀ ਜ਼ਬਰਦਸਤ ਲੜਾਈ ਹੋਈ ਕਿਉਂਕਿ ਉਹ ਜੋਸ਼ੀਲਾ ਸੀ ਤੇ ਨਾਲੇ ਉਹ ਜਵਾਨੀ ਦਾ ਉਹਨੂੰ ਖੂਨ ਸੀ, ਉਹਦੇ ਚ ਉਭਰ ਰਿਹਾ ਸੀ। 30-32 ਸਾਲ ਦਾ ਨੌਜਵਾਨ ਸੀ। ਉਹਨੇ ਬਾਬਾ ਜੀ ਨਾਲ ਯੁੱਧ ਕੀਤਾ। ਬਾਬਾ ਜੀ 75 ਸਾਲ ਦੇ ਬਾਬਾ। ਦੇਖੋ, ਮੈਂ ਕਈ ਵਾਰੀ ਕਹਿੰਦਾ 60 ਸਾਲ ਤੇ ਗੌਰਮੈਂਟ ਹੀ ਰਿਟਾਇਰ ਕਰ ਦਿੰਦੀ ਹੈ, ਪਰ ਉਹਨਾਂ ਦੇ ਡੋਲਿਆਂ ਵਿੱਚ, ਸਰੀਰ ਵਿੱਚ ਉਨੀ ਤਾਕਤ ਸੀ। ਇਤਨਾ ਜ਼ਬਰਦਸਤ ਆਪਣੇ ਸਾਹਮਣੇ ਘਮਾਸਾਨ ਬਾਬਾ ਜੀ ਦੇ ਨਾਲ ਯੁੱਧ ਹੋਇਆ। ਉਸ ਅਮਾਰ ਖਾਨ ਨੇ ਕੀ ਕੀਤਾ, ਲੈ ਕੇ ਜਦੋਂ ਉਹ ਆਪਣੀ ਤਲਵਾਰ ਨੂੰ ਲੈ ਕੇ ਬਾਹਰ ਆਇਆ, ਮਹਾਰਾਜ ਦੇ ਹੱਥ 'ਚ ਖੰਡਾ ਸੀ। ਲੜਦੇ ਲੜਦੇ ਦੋਨੋਂ ਧਰਤੀ ਤੇ ਗਿਰ ਗਏ। ਧਰਤੀ ਤੇ ਗਿਰਨ ਤੋਂ ਬਾਅਦ ਫਿਰ ਆਪਸ ਵਿੱਚ ਯੁੱਧ ਹੋਇਆ। ਇਤਨਾ ਜ਼ਬਰਦਸਤ ਯੁੱਧ ਹੋਇਆ, ਦੋਨਾਂ ਨੇ ਆਮਨੇ ਸਾਹਮਣੇ ਵਾਰ ਕੀਤਾ ਤੇ ਦੋਨਾਂ ਦਾ ਧੜ ਜ਼ਮੀਨ ਤੋਂ ਲੈ ਕੇ ਪਰੇ ਹੋ ਗਿਆ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ।
पर वो तो कुछ तड़फांदा होया मार खान ते मर गया। इतना चिर कोल एक सिख आ गया, कहन लगे बाबा जी तुसी ते अरदास कीती सी कि तुसी सीस बाबा धन धन गुरु रामदास जी दे दर दे उत्ते भेटा करोगे, पर तुसी ते इत्थे ही श्वास तुहाडे खत्म हो गए, तुहाडा शरीर धड़ तो तुहाडा सीस धड़ तो अलग हो गया। उस वेले गुरु गोबिंद सिंह महाराज का वह बचन याद आ गया, तुहाडी रसना ते रब बैठा होएगा, गुरु नानक बैठे होएगा। जिन्हों रंग लग्या हुंदा ना, मैं वही गल कर रहा सी, जाको हर रंग लागो इस युग में सो कईयत है सूरा, आत्म जिने सगल वस्तां के जाका सतगुर पूरा। एक रंग ए वे, वो भी सूरा है जिन्हों नाम का रंग लग्या है। एक रंग वो भी है, गगन दमामा बाजो भरियो निशाने खाओ, खेत जो मांडियो सूरमा आप जूजन को उठाओ। सूरा सो पहचानिए जो लड़े दीन के हेत, पुरजा पुरजा कट मरे कबू न छाड़े खेत। एक वो भी सूरा है जड़ा जंगे मैदान दे विच सूरमिया हार लड़दा है, पर वो वाला सूरमा उन्होंने तां सूरमा क्या है जे उहदे अंदर बाणी दा वासा है, वो सूरमा नहीं है। नास्तिक बंदे नूं सूरमा नहीं किया। ये दो तरह के सूरमे ने, एक नाम जप के, हुण देखो गुरु अर्जन देव महाराज ने अपने जीवन विच, गुरु रामदास पातशाह ने सारी उम्र जीवन दे विच इस तरह का रंग चाढ़िया, पर गुरु गोबिंद सिंह महाराज ने धन धन बाबा दीप सिंह जी नूं एक वो भी सूरमा जंगे मैदान विच लड़न वाला भी सूरमा बनाया कि किथे तैनूं विजय विकारां तो एक जित पा लई उन्होंने। आत्म जिणे सगल वस्तां के जाका सतगुर पूरा। किथे जंगे मैदान विच भी बाबा दीप सिंह जी तुहानूं झूझना पवे, उस वेले फिर सूरा सो पहचानिए जो लड़े दीन के हेत, पुरजा पुरजा कट मरे कबू न छाड़े खेत। इस पंक्ति नूं कबीर साहब जी सिद्ध करके दिखाया बाबा दीप सिंह जी ने। है कोई ऐसा संसार दे विच कोई तुहानूं करिश्मा मिलिया होएगा, कई किंतु परंतु इहदे उत्ते भी करदे ने, पर गुरु चाहे ना प्रभ भावे बिन सास ते रखे। वो चाहे तो श्वासां तो बगैर भी रख सकता है। उस वेले बाबा जी नूं जदों सिख ने कहा, बाबा जी ने खब्बे हाथ की तली दे नाल अपना सीस रख लिया, इधरों खंडा हाथी च सी ते खून दे नाल चोया चोंदा पिया सी, ते मारे दा खब्बा हाथ खून दे नाल रस गया, ते आप मारे लड़दे हुए उस युद्ध नूं जितदे हुए सीधा हरमंदर साहब पहुंच के, जिथे तुसी दर्शन करते हो ना हरमंदर साहब एंट्री करन तो पहला बाबा दीप सिंह जी का स्थान है, जिथे महाराज ने अपने सीस नूं भेंट कीता ते अरदास संपूर्ण हुई। जे तुहाडी रसना ते किसे दी रसना ते रब बह जाए ते मुखों जो बोलोगे साध संगत परमात्मा नूं आप पूरा करना पेगा। ते गुरु रामदास पातशाह दी ऐसी बख्शिश मिली कि जेड़ा भी गुरु रामदास जी दे दर ते जांदा है, पहला देखो नमस्कार किनू करदा है, धन धन बाबा दीप सिंह जी नूं। ये वर भी मिल गया कि जेड़ा भी कोई दरबार साहब जाए ते साडे इस लाडले सिख दे दर्शन जरूर करके आए। और मैं समझना तुसी कदी ध्यान देना, इतवार वाले दिन चौपहरा हुंदा है। मैं एक बारी दास ने भी हाज़री भरी ते उत्थे मैं पूछा जी इतनी संगत पूरा हाल भरिया हुंदा है, कहंदे जी लख सवा लख शरीर आके उस चौपहरे विच हाज़री भरते हैं। किसी की भी कोई मन की दुविधा, मन का दुख, किसी तरह का रोग है, कोई चौपहरे कटदा है, साध संगत कहते लख गुटका रखीदा गुटका साहब, ते सारी संगत उत्ते लंगर हाल तक हाल भरिया, बाहर सारी संगत तिल रखन की जगह नहीं होंदी। धन धन बाबा दीप सिंह नूं कितनियां वडियाइयां मिलदियां ने। देखो अज भी संगतां बाबा दीप सिंह जी दे दर तो झोलियां भर के जा रही ने। किथे बाबा दीप सिंह जी गए नहीं, अज भी साडे विच हन, पर शरधा वाले जे उसनूं प्यार नाल याद करते हैं तो बाबा दीप सिंह जी हर जगह सही होंदे। असीं छोटे हुंदे सन, महापुरखा ने कहा सी कि काका जदों भी घरों बाहर निकले, ए आप जी भी पल्ले बन लो, बड़ी चंगी गल है कि जदों भी घरों बाहर निकलो, किसी टाइम भावें 10 वारी जाना पे कोई नो प्रॉब्लम, कहते घट्टो घट 5 वारी ना बाबा दीप सिंह जी कह के निकलिया करो। तो मैं क्या जी ओदा की फायदा। वैसे ही जिस तरह मैं एक
ਲਾਲਚੀ ਬੰਦਾ ਤਾਂ ਇਹੋ ਪੁੱਛੇਗਾ ਨਾ। ਸਾਡੀ ਲਾਲਚੀ ਬਿਰਤੀ ਹੈ, ਅਸੀਂ ਕਹਿੰਦੇ ਹਾਂ ਬਈ ਇਹ ਕੰਮ ਕਰਾਂਗੇ ਕੀ ਫਾਇਦਾ ਹੋਏਗਾ। ਤੇ ਉਹ ਮਹਾਂਪੁਰਖ ਸਾਨੂੰ ਦੱਸਦੇ ਸਨ, ਕਹਿੰਦੇ ਨੇ ਬੱਚਿਆ ਜੇ 5 ਵਾਰੀ ਕਹੋਗੇ ਨਾ ਨਿਕਲਦਿਆਂ ਹੋਇਆਂ, ਉਸ ਵੇਲੇ ਰਸਤੇ ਵਿੱਚ ਤੁਹਾਡੇ ਨਾਲ ਸ਼ਹੀਦ ਸਿੰਘ ਨਾਲ ਚੱਲਣਗੇ, ਤੁਹਾਨੂੰ ਆਂਚ ਨਹੀਂ ਆਏਗੀ ਕੋਈ, ਤੁਹਾਡੇ ਨਾਲ ਸ਼ਹੀਦ ਸਿੰਘਾਂ ਦਾ ਪਹਿਰਾ ਹੋ ਜਾਏਗਾ। ਜਿਸਕੇ ਸਿਰ ऊपर तू स्वामी सो दुख कैसा पावे, बोल न जाने माया मद माता मरना चीत ना आवे। मेरे राम राये तू संता का संत तेरे, तेरे सेवक को भोग किछ नाही जम नहीं आवे नेरे। ਜਦੋਂ ਤੁਸੀਂ ਪਿਆਰ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਯਾਦ ਕਰਕੇ ਚੱਲੋਗੇ ਨਾ, ਫਿਰ ਤੁਸੀਂ ਇਕੱਲੇ ਨਹੀਂ ਜਾ ਰਹੇ। ਸ਼ਹੀਦ ਸਿੰਘ ਤੁਹਾਡੇ ਨਾਲ ਇੱਕ ਪਹਿਰਾ ਬਣ ਕੇ, ਤੁਹਾਡੇ ਜਿਸ ਤਰ੍ਹਾਂ ਅੱਜ ਕੱਲ੍ਹ ਸਿਕਿਉਰਟੀ ਵਾਲੇ ਜਾਂਦੇ ਨਾ, ਉਹਨਾਂ ਨੂੰ ਤਾਂ ਫੇਰ ਵੀ ਕੋਈ ਮਾਰ ਸਕਦਾ ਹੈ, ਪਰ ਜਿੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਹੋਏਗਾ ਉੱਥੇ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਕਿਸੇ ਨੂੰ ਹਿਲਾ ਸਕਦੀ। ਸੋ ਐਸੇ ਬ੍ਰਹਮ ਗਿਆਨੀ, ਕਿਉਂਕਿ ਮੈਂ ਬ੍ਰਹਮ ਗਿਆਨੀ ਤਾਂ ਕਹਿ ਰਿਹਾ ਕਿ ਉਹ ਲੱਛਣ ਸਾਰੇ ਬ੍ਰਹਮ ਗਿਆਨੀ ਦੇ, ਬ੍ਰਹਮ ਗਿਆਨੀ ਸਦਾ ਨਿਲੇਪ ਜੈਸੇ ਜਲ ਮੇ ਕਮਲ ਅਲੇਪ, ਇਹ ਸਾਰੀ ਅਸ਼ਟਪਦੀ ਪੜ੍ਹੋ। ਇਹਦੇ ਵਿੱਚੋਂ ਖੁਸ਼ਬੂ ਜਦੋਂ ਧਿਆਨ ਨਾਲ ਪੜ੍ਹੋਗੇ ਨਾ, ਤੇ ਬਾਬਾ ਦੀਪ ਸਿੰਘ ਜੀ ਦਾ ਹਰ ਇੱਕ ਗੁਣ ਤੁਹਾਨੂੰ ਨਜ਼ਰ ਆ ਜਾਏਗਾ। ਵੱਡੇ ਤਪਸਵੀ, ਅੰਮ੍ਰਿਤ ਵੇਲੇ ਸੰਭਾਲਣ ਵਾਲੇ, ਸਾਰਾ ਦਿਨ ਬਾਣੀ ਦੀ ਸੰਥਿਆ ਕਰਨ ਵਾਲੇ, ਔਰ ਸ਼ਸਤਰ ਦੇ ਵਿੱਚ ਪੂਰੇ ਸੰਪੂਰਨ, ਔਰ ਵਿਚਾਰਾਂ ਕਥਾ ਕਰਨ ਵਿੱਚ ਮਹਾਰਾਜ ਨੂੰ ਬੜੀ ਬਖਸ਼ਿਸ਼ ਸੀ। ਕੋਈ ਗੁਣ ਧਰਤੀ ਤੇ ਐਸਾ ਨਹੀਂ ਸੀ ਜਿਹੜਾ ਬਾਬਾ ਦੀਪ ਸਿੰਘ ਜੀ ਵੱਲ ਨਹੀਂ ਸੀ। ਸੋ ਐਸੇ ਪਿਆਰੇ ਲਾਡਲੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਖਰ ਵਰਤਿਆ ਸੀ, ਇਹ ਮੇਰਾ ਲਾਡਲਾ ਸਿੱਖ ਹੈ, ਜਿਹਨੂੰ ਬਹੁਤ ਪਿਆਰ ਪਿਓ ਕਰਦਾ ਨਾ ਉਹਨੂੰ ਲਾਡਲਾ ਬਣਾ ਲੈਂਦਾ ਹੈ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ। ਐਸੇ ਪਿਆਰੇ ਸਤਿਗੁਰੂ ਨੇ ਐਸੀਆਂ ਬਖਸ਼ਿਸ਼ਾਂ ਬਾਬਾ ਦੀਪ ਸਿੰਘ ਨੂੰ ਕਰ ਦਿੱਤੀਆਂ ਕਿ ਤੁਹਾਡੀ ਰਸਨਾ ਤੇ ਰੱਬ ਬੈਠੇਗਾ। ਤੁਹਾਡੀ ਅਖੀਰਲੇ ਸਮੇਂ ਤੱਕ ਸਿੱਖੀ ਸਵਾਸਾਂ ਨਾਲ ਤੁਹਾਡੀ ਨਿਭੇਗੀ। ਮਹਾਰਾਜ ਨੇ ਫਿਰ ਉਹ ਬਖਸ਼ਿਸ਼ ਅਖੀਰਲੇ ਸਮੇਂ ਤੱਕ, ਦੇਖੋ ਦੁਨੀਆ ਦੇ ਵਿੱਚ ਤੁਸੀਂ ਮੌਤਾਂ ਦੇ ਬੜੀਆਂ ਦੇਖੀਆਂ ਹੋਣੀਆਂ ਨੇ, ਪਰ ਐਸੀ ਸ਼ਹੀਦ ਹੋਣਾ ਜੰਗ ਮੈਦਾਨ ਦੇ ਵਿੱਚ ਸੀਸ ਧੜ ਤੋਂ ਅਲੱਗ ਹੋ ਜਾਏ, ਮੈਂ ਕਹਿੰਦਾ ਕੋਈ ਵੀ ਡਾਕਟਰ ਨਹੀਂ ਮੰਨੇਗਾ ਕੋਈ। ਪਰ ਫਿਰ ਵੀ ਉਹ ਜ਼ਾਲਮਾਂ ਨੂੰ ਇਤਨੀ ਸਮਝ ਨਹੀਂ ਆਈ ਕਿ ਇਹ ਕੋਈ ਰੱਬੀ ਸ਼ਕਤੀ ਹੈ ਜਿਹੜੀ ਹੱਥ ਤੇ ਸੀਸ ਰੱਖ ਕੇ ਇਹ ਜੰਗ ਮੈਦਾਨ ਵਿੱਚ ਲੜ ਰਹੀ ਹੈ। ਤੇ ਸਾਧ ਸੰਗਤ ਹਾਹਾਕਾਰ ਮਚ ਗਈ ਕਿ ਐਸਾ ਸਰੀਰ ਕਿਹੜਾ ਆ ਗਿਆ ਜਿਹੜਾ ਧੜ ਤੋਂ ਸੀਸ ਅਲੱਗ ਹੋਇਆ ਹੋਏ ਤੇ ਜੂਝੇ ਮੈਦਾਨ ਦੇ ਵਿੱਚ ਜੂਝ ਰਿਹਾ ਹੈ। ਤੇ ਭਾਜੜਾਂ ਪੈ ਗਈਆਂ ਤੇ ਉੱਥੇ ਖਾਲਸੇ ਨੂੰ ਜਿੱਤ ਹੋਈ। ਹਰਮੰਦਰ ਨੂੰ ਫਿਰ ਦੁਬਾਰਾ ਤੋਂ ਸਵਾਰਿਆ ਗਿਆ। ਫਿਰ ਬਹੁਤ ਵੱਡਾ ਅੱਗੇ ਇਤਿਹਾਸ ਹੈ। ਸੋ ਅੱਜ ਜਿਨ੍ਹਾਂ ਦਾ ਆਗਮਨ ਪੁਰਬ ਮਨਾ ਰਹੇ ਹਾਂ, ਗੁਰੂ ਮਹਾਰਾਜ ਬਖਸ਼ਿਸ਼ ਕਰਨ, ਉਹਦੇ ਵਿੱਚੋਂ ਕਿਨਕਾ ਵੀ ਸਾਨੂੰ, ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਉਹਨਾਂ ਦੇ ਜੀਵਨ ਵਿੱਚੋਂ ਕਿਨਕਾ ਵੀ ਅਸੀਂ ਆਪਣੇ ਹਿਰਦੇ 'ਚ ਵਸਾ ਲਈਏ ਨਾ, ਤੇ ਸਮਝਾਂਗੇ ਕਿ ਸਾਡਾ ਇੱਥੇ ਗਾਵਿਆ ਸੁਣਿਆ ਪ੍ਰਵਾਨ ਹੋ ਗਿਆ ਹੈ। ਸੋ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਦਾਸ ਦੀਆਂ ਨੇ, ਬਚਨ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਵਸਾਓ। ਸਾਰੇ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।